हाँ जी बेटा, आप करते पे सी फंक्शन ऑफ बैलेंस डाइट, इंपॉर्टेंस बैलेंस डाइट एंड न्यूट्रिशन फॉर बॉडी। ਇਹਦਾ ਆਪਾਂ ਫਸਟ ਪੁਆਇੰਟ ਕਰਦੇ ਪਏ ਸੀਗੇ ਡਿਜ਼ੀਜ਼ ਪ੍ਰੀਵੈਂਸ਼ਨਸ। ਇਹਦਾ ਅੱਗੇ ਹੈਗਾ ਜੀ ਲੀਨ ਪ੍ਰੋਟੀਨ, ਹੋਲ ਗ੍ਰੇਨਸ, ਫਰੂਟ, ਵੈਜੀਟੇਬਲਸ, ਹਾਰਟ ਹੈਲਦੀ ਡਾਈਟਸ ਦਾ ਪਾਰਟ ਹਨ। ਲੋ ਇਨ ਕੈਲਰੀਜ਼ ਐਂਡ ਵਿਟਾਮਿਨਸ, ਮਿਨਰਲਸ ਐਂਡ ਫਾਈਬਰ, ਫਰੂਟਸ ਐਂਡ ਵੈਜੀਟੇਬਲ ਵੇਟ ਐਂਡ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਹੈਲਪ ਕਰਦੀਆਂ ਹਨ। ਇਹਨਾਂ ਨੂੰ ਜੇ ਰਾਈਜ਼ ਕਰਨ ਦਿੱਤਾ ਤਾਂ ਹਾਰਟ ਡਿਜ਼ੀਜ਼ ਦਾ ਰਿਸਕ ਫੈਕਟਰ ਵੱਧ ਜਾਂਦਾ ਹੈ। ਫਾਈਬਰ ਰਿਚ ਹੋਲ ਗ੍ਰੇਨ ਫੂਡ ਹੈਲਦੀ ਕੈਸਟਰੋਲ ਦੇ ਲੈਵਲ ਨੂੰ ਬਣਾਈ ਰੱਖਣ ਵਿੱਚ ਹੈਲਪ ਕਰਦਾ ਹੈ। ਬੈਲੈਂਸ ਡਾਈਟ ਵੀ ਸਾਨੂੰ ਲੰਬੇ ਸਮੇਂ ਲਈ ਜਿਉਣ ਦੇ ਯੋਗ ਬਣਾਉਂਦੀ ਹੈ। ਨੰਬਰ 2 ਹੈਗਾ ਜੀ ਮੀਟਿੰਗ ਨਿਊਟ੍ਰੀਸ਼ਨਲ ਨੀਡ। ਸਾਡੇ ਡੇਲੀ ਫੂਡ ਇਨਟੇਕ ਵਿੱਚ ਗ੍ਰੇਨ, ਫਰੂਟ, ਮਿਲਕ, ਵੈਜੀਟੇਬਲਸ, ਬੀਨਸ ਆਇਲ ਐਂਡ ਪ੍ਰੋਟੀਨ ਇਨਕਲੂਡ ਹੋਣੇ ਚਾਹੀਦੇ ਹਨ। ਹੈਲਦੀ ਫੂਡ ਵਿੱਚ ਵਿਟਾਮਿਨ ਐਂਡ ਮਿਨਰਲ ਹੁੰਦੇ ਹਨ, ਇਮਿਊਨਿਟੀ ਬੂਸਟ ਕਰਦੇ ਹਨ ਅਤੇ ਕਈ ਕਾਮਨ ਇਲਨੈਸ ਤੋਂ ਪ੍ਰੋਟੈਕਸ਼ਨ ਕਰਦੇ ਹਨ। ਥਰਡ ਹੈਗਾ ਜੀ ਵੇਟ ਕੰਟਰੋਲ। ਬੈਲੈਂਸ ਡਾਈਟ ਖਾਣਾ ਵੇਟ ਕੰਟਰੋਲ ਵੱਲ ਇੱਕ ਇੰਪੋਰਟੈਂਟ ਫਸਟ ਸਟੈਪ ਹੋ ਸਕਦਾ ਹੈ। ਬੈਲੈਂਸ ਡਾਈਟ ਹੈਲਦੀ ਵੇਟ ਮੇਨਟੇਨ ਕਰਨ ਵਿੱਚ ਹੈਲਪ ਕਰਦੀ ਹੈ। ਜੇ ਅਸੀਂ ਅੰਡਰਵੇਟ ਹਾਂ ਤਾਂ ਬੈਲੈਂਸ ਡਾਈਟ ਖਾਣ ਨਾਲ ਵੇਟ ਗੇਨ ਐਂਡ ਲੌਂਗ ਟਰਮ ਲਈ ਵੇਟ ਨੂੰ ਮੇਨਟੇਨ ਰੱਖਣ ਵਿੱਚ ਹੈਲਪ ਕਰ ਸਕਦਾ ਹੈ। ਨੰਬਰ 4 ਇਮਿਊਨ ਸਿਸਟਮ ਹੈਲਥ। ਵਿਟਾਮਿਨ ਐਂਡ ਅਦਰ ਨਿਊਟ੍ਰੀਐਂਟਸ ਨਾਲ ਰਿਚ ਫੂਡ ਇਮਿਊਨਿਟੀ ਨੂੰ ਬੂਸਟ ਕਰਦੇ ਹਨ। ਵਿਟਾਮਿਨ ਈ ਐਂਟੀਬਾਡੀ ਪ੍ਰੋਡਕਸ਼ਨ ਵਿੱਚ ਕੰਟਰੀਬਿਊਟ ਕਰਦਾ ਹੈ, ਤੁਹਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਬਣਾਉਂਦਾ ਹੈ। ਵਿਟਾਮਿਨ ਸੀ ਨਾਲ ਰਿਚ ਫੂਡ ਖਾਣ ਨਾਲ ਲਿੰਫੋਸਾਈਟਸ ਦੇ ਪ੍ਰੋਡਕਸ਼ਨ ਨੂੰ ਇਨਹਾਂਸ ਕਰ ਸਕਦੇ ਹਨ। ਇੱਕ ਟਾਈਪ ਦੇ ਵਾਈਟ ਬਲੱਡ ਸੈਲਸ ਜੋ ਤੁਹਾਡੀ ਬਾਡੀ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਵਿਟਾਮਿਨ ਡੀ ਸਾਡੇ ਸੈਲਸ ਨੂੰ ਜਰਮਸ ਦਾ ਮੁਕਾਬਲਾ ਕਰਨ ਵਿੱਚ ਹੈਲਪ ਕਰਦਾ ਹੈ। ਜ਼ਿੰਕ, ਸੈਲੇਨੀਅਮ ਐਂਡ ਆਇਰਨ ਇੱਕ ਹੈਲਦੀ ਇਮਿਊਨ ਸਿਸਟਮ ਨੂੰ ਸਪੋਰਟ ਕਰਦਾ ਹੈ। ਨੰਬਰ 5 ਹੈਗਾ ਜੀ ਪ੍ਰੋਪਰ ਸਲੀਪ। ਬੈਲੈਂਸ ਡਾਈਟ ਖਾਣ ਨਾਲ ਸਾਨੂੰ ਸਲੀਪਿੰਗ ਪਿਲਸ ਯੂਜ਼ ਕੀਤੇ ਬਿਨਾਂ ਨਾ ਸਿਰਫ ਬੈਟਰ ਨੀਂਦ ਆਉਂਦੀ ਹੈ, ਬਲਕਿ ਜਦੋਂ ਅਸੀਂ ਜਾਗਦੇ ਹਾਂ ਤਾਂ ਵਧੇਰੇ ਰੈਸਟਡ ਫੀਲ ਕਰਦੇ ਹਾਂ। ਨੰਬਰ 6 ਮੈਂਟਲ ਹੈਲਥ। ਹੋਲ ਗ੍ਰੇਨਸ, ਫਿਸ਼, ਫਰੂਟਸ, ਵੈਜੀਟੇਬਲਸ, ਲਿਗੂਮਸ, ਬੀਨਸ, ਸੀਡਸ ਦੇ ਆਲੇ ਦੁਆਲੇ ਬਿਲਡਿੰਗ ਡਾਈਟ ਨਾਲ ਵਿਅਕਤੀ ਦੀ ਗੁੱਡ ਮੈਂਟਲ ਹੈਲਥ ਬਣੇ ਰਹਿਣ ਵਿੱਚ ਹੈਲਪ ਕਰਦਾ ਹੈ। ਇੱਕ ਸਟੱਡੀ ਤੋਂ ਇਹ ਪਾਇਆ ਗਿਆ ਹੈ ਕਿ ਮਿਡਲ ਏਜ ਵੂਮਨਸ ਜਿਹੜੀਆਂ ਹੈਲਦੀ ਡਾਈਟ ਖਾਂਦੀਆਂ ਹਨ, ਮੈਂਟਲ ਪ੍ਰੋਬਲਮ ਵਾਲੀ ਵੂਮਨਸ ਨਾਲੋਂ 40% ਵਧੇਰੇ ਜ਼ਿੰਦਗੀ ਜਿਉਂਦੀਆਂ ਹਨ। ਨੰਬਰ 7 ਕੁਆਲਿਟੀ ਆਫ ਲਾਈਫ। ਬੈਲੈਂਸ ਡਾਈਟ ਖਾਣਾ ਇੰਪੋਰਟੈਂਟ ਹੈ ਕਿਉਂਕਿ ਇਹ ਸਾਨੂੰ ਲਾਈਫ ਨੂੰ ਇੰਜੋਏ ਕਰਨਾ ਅਲਾਓ ਕਰਦਾ ਹੈ। ਵਧੇਰੇ ਐਨਰਜੀ, ਫੀਲ ਲੈਸ ਸਟ੍ਰੈਸ ਅਤੇ ਘੱਟ ਸਮੇਂ ਵਿੱਚ ਵਧੇਰੇ ਪ੍ਰਾਪਤੀ ਕਰਨ ਦੀ ਅਲਾਓ ਕਰਦਾ ਹੈ। ਸਾਡੇ ਕੋਲ ਇਲਨੈਸ ਐਂਡ ਮੈਡੀਕਲ ਪਿਲਸ ਘੱਟ ਹੋਣਗੇ। ਬੈਲੈਂਸ ਡਾਈਟ ਗੁੱਡ ਹੈਲਥ ਐਂਡ ਵੈਲ ਬੀਇੰਗ ਦੀ ਫਾਊਂਡੇਸ਼ਨ ਹੁੰਦੀ ਹੈ। ਅੱਗੇ ਆ ਗਿਆ ਬੇਟਾ ਮੀਨਿੰਗ ਆਫ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਵਰਡ ਲੈਟਿਨ ਵਰਡ ਨਿਊਟ੍ਰੀਨੀਅਮ ਐਂਡ ਨਿਊਟਰੀ ਨਾਲ ਲਿੰਕਡ ਹੈ, ਜਿਸ ਦਾ ਮਤਲਬ ਹੈ ਨਿਊਰਿਸ਼ਿੰਗ ਔਰ ਨਿਊਰਿਸ਼। ਸਕਲ ਨਿਊਟ੍ਰੀਸ਼ਨ ਫੂਡ ਦੀ ਸਾਇੰਸ ਹੈ ਅਤੇ ਇਸ ਪ੍ਰੋਸੈਸ ਦੀ ਸਟੱਡੀ ਹੈ ਜਿਸ ਵਿੱਚ ਖਾਣਾ ਖਾਣ ਦੇ ਸਮੇਂ ਤੋਂ ਉਦੋਂ ਤੱਕ ਸਭ ਕੁਝ ਹੁੰਦਾ ਹੈ ਜਦੋਂ ਤੱਕ ਇਸ ਨੂੰ ਵੇਰੀਅਸ ਫੰਕਸ਼ਨ ਲਈ ਨਹੀਂ ਯੂਜ਼ ਕੀਤਾ ਜਾਂਦਾ ਬਾਡੀ ਵਿੱਚ। ਇਹ ਅਤੇ ਇਸ ਦੇ ਵਿਚਾਲੇ ਨਿਊਟ੍ਰੀਸ਼ਨਸ ਦੀ ਸਾਇੰਟੀਫਿਕ ਸਟੱਡੀ ਹੈ। ਹੈਲਥ ਐਂਡ ਡਿਜ਼ੀਜ਼ ਵਿੱਚ ਉਹਨਾਂ ਐਕਸ਼ਨ ਐਂਡ ਇੰਟਰਐਕਸ਼ਨ ਐਂਡ ਬੈਲੈਂਸ ਹੈ। ਇਹ ਇੰਜੈਸ਼ਨ, ਡਾਈਜੈਸ਼ਨ, ਐਬਜ਼ੋਰਪਸ਼ਨ ਅਤੇ ਯੂਟੀਲਾਈਜੇਸ਼ਨ ਐਂਡ ਅਸੈਮੀਲੇਟਿੰਗ ਨਿਊਟ੍ਰੀਸ਼ਨ ਦਾ ਫੂਡ ਵਿੱਚ ਪ੍ਰੈਜ਼ੈਂਟ ਦੇ ਗ੍ਰਹਿਣ ਕਰਨ ਦੀ ਸਟੱਡੀ ਹੈ। ਆਮ ਤੌਰ 'ਤੇ ਫੂਡ ਐਂਡ ਨਿਊਟ੍ਰੀਸ਼ਨ ਇੱਕ ਦੂਜੇ ਦੇ ਸਮਾਨਾਰਥੀ ਕੰਸੀਡਰ ਕੀਤੇ ਜਾਂਦੇ ਹਨ ਜੋ ਇੰਪਰੋਪਰ ਹੈ। ਅਸਲ ਵਿੱਚ ਫੂਡ ਕਈ ਸਬਸਟੈਂਸ ਦਾ ਮਿਕਸਚਰ ਹੁੰਦਾ ਹੈ ਜੋ ਲਾਈਫ ਲਈ ਐਸੈਂਸ਼ੀਅਲ ਹੈ।
ਜਦੋਂ ਨਿਊਟ੍ਰੀਸ਼ਨ ਇੱਕ ਡਾਇਨਾਮਿਕ ਪ੍ਰੋਸੈਸ ਜਿਸ ਵਿੱਚ ਫੂਡ ਦੀ ਕੰਜ਼ੰਪਸ਼ਨ ਦੁਆਰਾ ਬਾਡੀ ਨੂੰ ਹੈਲਦੀ ਬਣਾਇਆ ਜਾਂਦਾ ਹੈ। ਨੈਕਸਟ ਹੈਗਾ ਬੇਟਾ ਮੀਨਿੰਗ ਆਫ ਨਿਊਟ੍ਰੀਐਂਟਸ। ਕੈਮੀਕਲ ਸਬਸਟੈਂਸ ਜੋ ਫੂਡ ਵਿੱਚ ਪ੍ਰੈਜ਼ੈਂਟ ਹੁੰਦੇ ਹਨ ਉਹਨਾਂ ਨੂੰ ਨਿਊਟ੍ਰੀਐਂਟ ਕਹਿੰਦੇ ਹਨ। ਨਿਊਟ੍ਰੀਐਂਟ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਵਿਟਾਮਿਨਸ, ਮਿਨਰਲਸ, ਵਾਟਰ ਐਂਡ ਫਾਈਬਰਸ ਇਨਕਲੂਡ ਹੁੰਦੇ ਹਨ। ਡਿਫਰੈਂਟ ਫੂਡ ਸਟੱਫ ਵਿੱਚ ਇਹ ਨਿਊਟ੍ਰੀਐਂਟਸ ਡਿਫਰੈਂਟ ਅਮਾਊਂਟ ਵਿੱਚ ਹੁੰਦੇ ਹਨ ਅਤੇ ਸਾਡੀ ਬਾਡੀ ਨੂੰ ਵੇਰੀਅਸ ਫਿਜ਼ੀਓਲੋਜੀਕਲ ਫੰਕਸ਼ਨਸ ਐਂਡ ਓਵਰਆਲ ਗਰੋਥ ਲਈ ਸਪੈਸੀਫਿਕ ਅਮਾਊਂਟ ਵਿੱਚ ਹਰੇਕ ਨਿਊਟ੍ਰੀਐਂਟ ਦੀ ਜ਼ਰੂਰਤ ਹੁੰਦੀ ਹੈ ਡਿਵੈਲਪਮੈਂਟ ਦੇ ਲਈ। ਅੱਗੇ ਬੇਟਾ ਆ ਗਿਆ ਜੀ ਮੈਕਰੋ ਐਂਡ ਮਾਈਕਰੋ ਨਿਊਟ੍ਰੀਐਂਟ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ ਮਾਈਕਰੋ ਅਤੇ ਮੈਕਰੋ। ਮੈਕਰੋ MACRO ਮਤਲਬ ਜਿਹਦੀ ਆਪਾਂ ਨੂੰ ਬਾਡੀ ਨੂੰ ਲਾਰਜ ਕੁਆਂਟਿਟੀ ਵਿੱਚ ਲੋੜ ਹੁੰਦੀ ਹੈ, ਅਤੇ ਮਾਈਕਰੋ ਜਿਹਦੀ ਬਹੁਤ ਥੋੜ੍ਹੀ ਘੱਟ ਜ਼ਰੂਰਤ ਹੁੰਦੀ ਹੈ। ਹੁਣ ਪਹਿਲਾਂ ਆਪਾਂ ਕਰਦੇ ਹਾਂ ਜੀ ਮੈਕਰੋ ਨਿਊਟ੍ਰੀਐਂਟਸ। ਇਹ ਨਿਊਟ੍ਰੀਐਂਟਸ ਜਿਨ੍ਹਾਂ ਦੀ ਲਾਰਜ ਅਮਾਊਂਟ ਵਿੱਚ ਰਿਕੁਆਇਰਡ ਹੁੰਦੇ ਹਨ ਉਹਨਾਂ ਨੂੰ ਮੈਕਰੋ ਨਿਊਟ੍ਰੀਐਂਟ ਕਹਿੰਦੇ ਹਨ। ਇਹ ਐਨਰਜੀ ਪ੍ਰੋਵਾਈਡ ਕਰਦੇ ਹਨ ਅਤੇ ਐਕਟੀਵਿਟੀ ਪਰਫੋਰਮ ਕਰਨ ਲਈ ਬਾਡੀ ਦੀ ਗਰੋਥ ਮੇਨਟੇਨੈਂਸ ਆਫ ਬਾਡੀ ਲਈ ਰਿਕੁਆਇਰਡ ਹੈ। ਇਹਨਾਂ ਵਿੱਚ ਕਾਰਬੋਹਾਈਡਰੇਟਸ, ਫੈਟ, ਪ੍ਰੋਟੀਨ ਐਂਡ ਵਾਟਰ ਇਨਕਲੂਡ ਹੁੰਦੇ ਹਨ। ਕਾਰਬੋਹਾਈਡਰੇਟ, ਪ੍ਰੋਟੀਨ ਐਂਡ ਫੈਟ ਮੈਕਰੋ ਨਿਊਟ੍ਰੀਐਂਟ ਹਨ ਅਤੇ ਉਹਨਾਂ ਦੇ ਪ੍ਰੋਕਸੀਮੇਟ ਪ੍ਰਿੰਸੀਪਲ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਡਾਈਟ ਦਾ ਮੁੱਖ ਹਿੱਸਾ ਹਨ। ਇੰਡੀਅਨ ਫੂਡ ਵਿੱਚ ਫੋਲੋਇੰਗ ਪ੍ਰੋਪੋਰਸ਼ਨ ਵਿੱਚ ਟੋਟਲ ਐਨਰਜੀ ਦੇਣ ਵਿੱਚ ਕੰਟਰੀਬਿਊਟ ਕਰਦੇ ਹਨ। ਕਾਰਬੋਹਾਈਡਰੇਟ 55 to 60%, ਪ੍ਰੋਟੀਨ 10 to 50%, ਫੈਟ 20 to 30%, ਵਾਟਰ ਐਨਰਜੀ ਪ੍ਰੋਵਾਈਡ ਨਹੀਂ ਕਰਦਾ ਬਲਕਿ ਬਾਡੀ ਵਿੱਚ ਮੈਟਾਬੋਲਿਕ ਪ੍ਰੋਸੈਸ ਦੇ ਫੰਕਸ਼ਨ ਲਈ ਅਤੇ ਡਿਫਰੈਂਟ ਰੈਗੂਲੇਟਰੀ ਫੰਕਸ਼ਨਸ ਲਈ ਲਾਰਜ ਕੁਆਂਟਿਟੀ ਵਿੱਚ ਰਿਕੁਆਇਰਡ ਹੁੰਦਾ ਹੈ। ਇੱਕ ਜ਼ਰੂਰੀ ਨਿਊਟ੍ਰੀਐਂਟ ਹੈ। ਇਸ ਨੂੰ ਇੱਕ ਮਾਈਕਰੋ ਨਿਊਟ੍ਰੀਐਂਟ ਵੀ ਕੰਸੀਡਰ ਕੀਤਾ ਜਾਂਦਾ ਹੈ। ਹੁਣ ਇਹਦਾ ਪਹਿਲਾ ਪਾਰਟ ਆ ਗਿਆ ਜੀ ਕਾਰਬੋਹਾਈਡਰੇਟਸ। ਕਾਰਬੋਹਾਈਡਰੇਟਸ ਸ਼ੂਗਰ, ਸਟਾਰਚ ਐਂਡ ਫਰੂਟਸ ਵਿੱਚ ਫਾਈਬਰ ਮਿਲਦੇ ਹਨ। ਗ੍ਰੇਨ, ਵੈਜੀਟੇਬਲਸ ਐਂਡ ਮਿਲਕ ਪ੍ਰੋਡਕਟ ਵਿੱਚ ਇਹ ਐਨਰਜੀ ਦਾ ਮੋਸਟ ਇੰਪੋਰਟੈਂਟ ਸੋਰਸ ਹਨ ਅਤੇ 4 ਕੈਲਰੀ ਪਰ ਗ੍ਰਾਮ ਪ੍ਰੋਵਾਈਡ ਕਰਦੇ ਹਨ। ਉਹਨਾਂ ਵਿੱਚ ਕਾਰਬਨ, ਹਾਈਡਰੋਜਨ, ਆਕਸੀਜਨ ਦੇ ਐਲੀਮੈਂਟ ਹੁੰਦੇ ਹਨ। ਕਾਰਬੋਹਾਈਡਰੇਟ ਵਿੱਚ ਹਾਈਡਰੋਜਨ ਆਕਸੀਜਨ ਦੀ ਰੇਸ਼ੋ ਵਾਟਰ ਵਾਂਗ 2:1 ਹੈ। ਇਹ ਕੰਪਾਊਂਡ ਸਾਡੀ ਬਾਡੀ ਵਿੱਚ ਡਿਫਰੈਂਟ ਡਾਈਜੈਸਟਿਵ ਫੰਕਸ਼ਨ ਲਈ ਇੰਪੋਰਟੈਂਟ ਹਨ। ਅੱਗੇ ਆ ਗਿਆ ਜੀ ਟਾਈਪ ਆਫ ਕਾਰਬੋਹਾਈਡਰੇਟ। ਇਹਦੀਆਂ 3 ਟਾਈਪਸ ਹੁੰਦੀਆਂ ਨੇ। ਪਹਿਲੀ ਹੈਗੀ ਹੈ ਜੀ ਮੋਨੋਸੈਚੂਰਾਈਡ, ਦੂਜੀ ਹੈਗੀ ਹੈ ਜੀ ਡਿਸਸੈਚੂਰਾਈਡ ਐਂਡ ਪੋਲੀਸੈਚੂਰਾਈਡ। ਸਿੰਪਲ ਕਾਰਬੋਹਾਈਡਰੇਟ ਪਹਿਲਾ ਪਾਰਟ ਹੈਗਾ ਜੀ ਇਹਦਾ। ਸਿੰਪਲ ਕਾਰਬੋਹਾਈਡਰੇਟ ਔਰ ਮੋਨੋਸੈਚੂਰਾਈਡ ਗਲੂਕੋਜ਼, ਫਰੂਟੋਜ਼, ਗੈਲੂਕੋਜ਼ ਵਰਗੀਆਂ ਸ਼ੂਗਰਸ ਦੀਆਂ ਸਿੰਪਲ ਯੂਨਿਟ ਹਨ। ਡਿਸਆਸਕਰਾਈਡਾਈਜ਼ ਉਦੋਂ ਹੁੰਦੇ ਹਨ ਜਦੋਂ ਮੈਨੇਸੈਕਰਾਈਡ ਵਿੱਚ ਇਕੱਠੇ ਹੁੰਦੇ ਹਨ। ਇਹ ਮਾਲਟੋਜ਼ ਜਿਹਦੇ ਵਿੱਚ ਗਲੂਕੋਜ਼ ਪਲੱਸ ਗਲੂਕੋਜ਼ ਹੁੰਦਾ ਵਾ, ਲੈਕਟੋਜ਼ ਗਲੂਕੋਜ਼ ਪਲੱਸ ਗਲੈਕਟੋਜ਼ ਹੁੰਦੇ ਨੇ, ਅਤੇ ਸਕਰੋਜ਼ ਜਿਹਦੇ ਵਿੱਚ ਗਲੂਕੋਜ਼ ਪਲੱਸ ਫਰੂਟੋਜ਼ ਹੁੰਦੇ ਨੇ। ਸਿੰਪਲ ਸ਼ੂਗਰ ਫਰੂਟਸ ਜਿਹਦੇ ਵਿੱਚ ਸਕਰੋਜ਼ ਐਂਡ ਗਲੂਕੋਜ਼, ਫਰਕਟੋਜ਼ ਹੁੰਦਾ ਨੇ। ਮਿਲਕ ਵਿੱਚ ਹੁੰਦਾ ਜੀ ਲੈਕਟੋਜ਼ ਐਂਡ ਸਵੀਟਸ ਵਿੱਚ ਪਾਏ ਜਾਂਦੇ ਹਨ ਜੋ ਕਮਰਸ਼ੀਅਲ ਪ੍ਰੋਡਕਟ ਹੁੰਦੇ ਹਨ ਅਤੇ ਫੂਡ ਵਿੱਚ ਸਵੀਟਨ ਐਡ ਕੀਤਾ ਜਾਂਦਾ, ਮਿੱਠਾ ਐਡ ਕੀਤਾ ਜਾਂਦਾ ਹੈ। ਸਪੋਇਲ ਏਜ, ਪ੍ਰੀਵੈਂਟ ਔਰ ਇੰਪਰੂਵ ਸਟਰਕਚਰ ਐਂਡ ਟੈਕਸਚਰ ਵਿੱਚ ਇੰਪਰੂਵਮੈਂਟ ਲਈ ਐਡ ਕਰਦੇ ਹਨ। ਇਹ ਕਾਰਬੋਹਾਈਡਰੇਟਸ ਕੁਇਕਲੀ ਡਾਈਜੈਸਟ ਹੁੰਦੇ ਹਨ, ਟੇਸਟ ਵਿੱਚ ਸਵੀਟ ਹੁੰਦੇ ਹਨ ਅਤੇ ਵਾਟਰ ਵਿੱਚ ਘੁਲ ਜਾਂਦੇ ਹਨ। ਹੁਣ ਬੇਟਾ ਦਾ ਨੈਕਸਟ ਆ ਗਿਆ ਜੀ ਕੰਪਲੈਕਸ ਕਾਰਬੋਹਾਈਡਰੇਟ। ਇਹਦੇ ਵਿੱਚ ਪੋਲੀਸੈਕਰਾਈਡਸ 2 ਤੋਂ ਵੱਧ ਯੂਨਿਟ ਇਕੱਠੇ ਜੁਆਇੰਟ ਹੁੰਦੇ ਹਨ। ਇਹ ਸਟਾਰਚ ਐਂਡ ਫਾਈਬਰਸ ਹਨ। ਇਹਨਾਂ ਨੂੰ ਕੰਪਲੈਕਸ ਸ਼ੂਗਰ ਵੀ ਕਿਹਾ ਜਾਂਦਾ ਹੈ ਅਤੇ ਹੋਲ ਗ੍ਰੇਨਸ, ਸੀਰੀਅਲਸ, ਰਾਈਸ, ਓਟਸ, ਪੋਟੈਟੋਸ, ਬ੍ਰੈਡ, ਲਿਗੂਮੈਂਟ, ਕੌਰਨ, ਫਲੋਰ ਵਿੱਚ ਪਾਏ ਜਾਂਦੇ ਹਨ।
ਇਹ ਸਲੋਲੀ ਡਾਈਜੈਸਟ ਹੁੰਦੇ ਹਨ, ਟੇਸਟ ਵਿੱਚ ਸਵੀਟ ਨਹੀਂ ਹੁੰਦੇ ਅਤੇ ਵਾਟਰ ਇਨਸੋਲੂਬਲ ਹੁੰਦੇ ਹਨ, ਮਤਲਬ ਕਿ ਇਹ ਘੁਲਦੇ ਨਹੀਂ ਪਾਣੀ ਦੇ ਵਿੱਚ। ਇਹਨਾਂ ਸਾਰੇ ਕਾਰਬੋਹਾਈਡਰੇਟ ਨੂੰ ਬਾਡੀ ਵਿੱਚ ਯੂਟੀਲਾਈਜ਼ ਹੋਣ ਅਤੇ ਅਬਜ਼ੌਰਬਡ ਕਰਨ ਲਈ ਸਭ ਤੋਂ ਸਮਾਲੈਸਟ ਯੂਨਿਟ ਭਾਵ ਗਲੂਕੋਜ਼ ਨੂੰ ਬ੍ਰੇਕ ਡਾਊਨ ਕਰਨਾ ਪੈਂਦਾ ਹੈ। ਹਾਲਾਂਕਿ ਸੈਲੂਲੋਜ਼ ਅਤੇ ਹੋਰ ਲਾਰਜ ਕਾਰਬੋਹਾਈਡਰੇਟ ਮੋਲੀਕਿਊਲਸ ਹਿਊਮਨ ਡਾਈਜੈਸਟਿਵ ਟਰੈਕਟ ਵਿੱਚ ਡਾਈਜੈਸਟਿਵ ਨਹੀਂ ਕੀਤੇ ਜਾ ਸਕਦੇ ਅਤੇ ਉਸ ਨੂੰ ਫਾਈਬਰ ਔਰ ਨੌਨ ਅਵੇਲੇਬਲ ਕਾਰਬੋਹਾਈਡਰੇਟ ਕਿਹਾ ਜਾਂਦਾ ਹੈ। ਸ਼ੂਗਰ ਐਂਡ ਸਟਾਰਚ ਨੂੰ ਬਾਡੀ ਫੰਕਸ਼ਨਸ ਲਈ ਡਾਈਜੈਸਟਿਵ ਐਂਡ ਯੂਟੀਲਾਈਜ਼ ਕੀਤਾ ਜਾ ਸਕਦਾ ਹੈ, ਇਸ ਲਈ ਉਹਨਾਂ ਨੂੰ ਕਾਰਬੋਹਾਈਡਰੇਟ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਕੰਪਲੈਕਸ ਕਾਰਬੋਹਾਈਡਰੇਟ ਨਾਲ ਰਿਚ ਫੂਡ ਰਿਫਾਈਨਡ ਐਂਡ ਪ੍ਰੋਸੈਸ ਫੂਡ ਦੇ ਬੇਸ 'ਤੇ ਲੋ ਫਾਈਬਰ ਫੂਡ ਨਾਲੋਂ ਹੈਲਦੀਅਰ ਹੁੰਦਾ ਹੈ। ਇਹਦੇ ਸੋਰਸ ਆ ਗਏ ਜੀ। ਕਾਰਬੋਹਾਈਡਰੇਟ ਦੇ ਸੋਰਸ ਹਨ ਪਾਸਤਾ, ਸੈਰਲ ਗ੍ਰੇਨਸ, ਰਾਈਸ, ਬ੍ਰੈਡ, ਮਿਲਕ, ਫਰੂਟ, ਰੂਟ ਵੈਜੀਟੇਬਲਸ, ਸ਼ੂਗਰ, ਸਵੀਟਨ ਹੁੰਦੇ ਹਨ ਜਿਵੇਂ ਕਿ ਜੈਮਸ, ਜੈਲੀਸ ਐਕਸੈਟਰਾ, ਹਨੀ, ਜੈਗਰੀ। ਫਾਈਬਰ, ਹੋਲ ਗ੍ਰੇਨ ਸੀਰੀਅਲਸ, ਹੋਲ ਪਲਸ ਗ੍ਰੇਨਸ, ਲੀਫੀ ਵੈਜੀਟੇਬਲਸ, ਪੀਸ, ਕੈਰਟ, ਬੀਨਸ ਵਿੱਚ ਪ੍ਰੈਜ਼ੈਂਟ ਹੁੰਦੇ ਹਨ ਐਂਡ ਅਦਰ ਵੈਜੀਟੇਬਲਸ, ਫਰੂਟਸ ਲਾਈਕ ਗਾਵਾ, ਐਪਲ, ਔਰੰਜ, ਪਾਈਨਐਪਲ ਐਕਸੈਟਰਾ ਵਿੱਚ ਹੁੰਦੇ ਹਨ। ਹੁਣ ਇਹਦੇ ਬੇਟਾ ਆ ਗਏ ਜੀ ਫੰਕਸ਼ਨਸ। ਪਹਿਲਾ ਹੈਗਾ ਜੀ ਇਹ ਵਰਕਿੰਗ ਮਸਲ ਲਈ ਐਨਰਜੀ ਪ੍ਰੋਵਾਈਡ ਕਰਦਾ ਹੈ। ਦੂਜਾ, ਇਹ ਸੈਂਟਰਲ ਨਰਵਸ ਸਿਸਟਮ ਲਈ ਫਿਊਲ ਪ੍ਰੋਵਾਈਡ ਕਰਦਾ ਹੈ। ਥਰਡ, ਇਹ ਫੈਟ ਦੇ ਮੈਟਾਬੋਲਿਜ਼ਮ ਨੂੰ ਸਮਰੱਥ ਬਣਾਉਣ ਵਿੱਚ ਹੈਲਪ ਕਰਦਾ ਹੈ। ਨੰਬਰ 4, ਇਹ ਪ੍ਰੋਟੀਨ ਨੂੰ ਐਨਰਜੀ ਦੇ ਤੌਰ 'ਤੇ ਯੂਜ਼ ਕਰਨ ਤੋਂ ਰੋਕਣ ਵਿੱਚ ਹੈਲਪ ਕਰਦਾ ਹੈ। ਨੈਕਸਟ ਆ ਗਿਆ ਜੀ ਬੇਟਾ ਫੈਟ। ਲਿਪਿਡ ਔਰ ਡਾਈਟਰੀ ਫੈਟ ਬੋਥ ਓਇਲ ਐਂਡ ਫੈਟਸ ਲਈ ਯੂਜ਼ ਕੀਤਾ ਜਾਂਦਾ ਹੈ। ਫੈਟਸ ਵਿੱਚ ਕਾਰਬਨ, ਆਕਸੀਜਨ, ਹਾਈਡਰੋਜਨ ਰਿਸਪੈਕਟਿਵਲੀ 76, 12% ਵਿੱਚ ਹੁੰਦਾ ਹੈ। ਫੈਟ ਫੈਟੀ ਐਸਿਡ ਤੋਂ ਦੀ ਬਣਦੀ ਹੈ। ਉਹ ਫੂਡ ਦੇ ਅਦਰ ਕੌਂਸਟੀਟਿਊਐਂਟਸ ਦੇ ਕੰਪੇਅਰਡ ਮੋਰ ਕੈਲਰੀ ਪ੍ਰੋਵਾਈਡ ਕਰਦੇ ਹਨ। A, D, E ਐਂਡ K ਵਿਟਾਮਿਨ ਦੇ ਅਬਜ਼ੌਰਪਸ਼ਨ ਕਰਨ ਲਈ ਐਸੈਂਸ਼ੀਅਲ ਹੈ। ਇਹ ਐਨਰਜੀ ਦਾ ਗੁੱਡ ਸੋਰਸ ਹੈ। ਫੈਟ 9K ਕੈਲਰੀ ਬਟਾ ਗ੍ਰਾਮ ਪ੍ਰੋਵਾਈਡ ਕਰਦਾ ਹੈ। ਫੈਟਸ ਦੇ 2 ਸੋਰਸਿਸ ਹਨ। ਪਹਿਲਾ ਹੈਗਾ ਜੀ ਐਨੀਮਲ ਸੋਰਸਿਸ, ਜਿਸ ਵਿੱਚ ਮੀਟ ਐਂਡ ਡਾਈਟਰੀ ਪ੍ਰੋਡਕਟ ਹੁੰਦੇ ਹਨ ਜਿਵੇਂ ਕਿ ਮਿਲਕ, ਬਟਰ, ਚੀਜ਼, ਐਗ ਯੋਕ ਐਕਸੈਟਰਾ। ਨੈਕਸਟ ਹੈਗਾ ਜੀ ਵੈਜੀਟੇਬਲਸ। ਇਸ ਵਿੱਚ ਗਰਾਊਂਡਨਟ, ਮਸਟਰਡ, ਕਾਟਨ ਸੀਡ, ਸਨਫਲਾਵਰ ਐਂਡ ਕੋਕੋਨਟ ਤੋਂ ਵੀ ਵੱਖ-ਵੱਖ ਖਾਣੇ ਦੇ ਆਇਲ ਮਿਲਦੇ ਹਨ। ਅੱਗੇ ਟਾਈਪ ਆਫ ਫੈਟਸ ਆ ਗਈਆਂ ਜੀ। ਫੈਟੀ ਐਸਿਡ ਨੂੰ ਉਹਨਾਂ ਦੇ ਕੈਮੀਕਲ ਸਟਰਕਚਰ ਵਿੱਚ ਡਬਲ ਬੌਂਡ ਦੀ ਪ੍ਰੈਜ਼ੈਂਟ ਦੇ ਆਧਾਰ 'ਤੇ ਸੈਚੂਰੇਟਡ ਐਂਡ ਅਨਸੈਚੂਰੇਟਡ ਫੈਟ ਦੇ ਰੂਪ ਵਿੱਚ ਕਲਾਸੀਫਾਈਡ ਕੀਤਾ ਜਾ ਸਕਦਾ ਹੈ। ਪਹਿਲਾ ਪਾਰਟ ਹੈਗਾ ਜੀ ਸੈਚੂਰੇਟਡ ਫੈਟ। ਇਹ ਰੂਮ ਟੈਂਪਰੇਚਰ 'ਤੇ ਸੋਲਿਡ ਰਹਿੰਦਾ ਹੈ। ਇਹ ਜ਼ਿਆਦਾਤਰ ਐਨੀਮਲਸ ਦੇ ਫੂਡਸ ਜਿਵੇਂ ਕਿ ਮਿਲਕ, ਚੀਜ਼, ਮੀਟ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਅਤੇ ਇਸ ਨੂੰ ਐਨੀਮਲ ਫੈਟ ਵੀ ਕਿਹਾ ਜਾਂਦਾ ਹੈ।